स्वागत है जी साढ़े सारे दर्शकों का। मैं हाँ अमनप्रीत सिंह ते लैके हाज़र हाँ धार्मिक नज़राना गूंजा सिख विरसे दियां। ਅਸੀਂ अपने इस प्रोग्राम राही दिल्ली सिख गुरुद्वारा प्रबंधक कमेटी वालों किए जा रहे धर्म के प्रचार के प्रसार के कारजां तो संगतां नूं जाणू करवाने हाँ ਅਤੇ नाल ही लंघे हफ्ते दीयां कुछ सिख गतिविधियां ਅਤੇ इतिहासिक दिहाड़ियां की जानकारी भी संगतां नूं दिंदे हाँ। सो आओ शुरुआत करते हाँ गूंजा सिख विरसे दियां। दिल्ली सिख गुरुद्वारा प्रबंधक कमेटी ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਪੰਥ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਦੇ ਬਦਲੇ ਬੀਤੇ ਦਿਨੀ ਵੀਰ ਖਾਲਸਾ ਦਲ ਵੱਲੋਂ ਉਹਨਾਂ ਨੂੰ ਸਰਦਾਰੇ ਆਜ਼ਮ ਦੇ ਖਿਤਾਬ ਨਾਲ ਨਵਾਜ਼ਿਆ ਗਿਆ। ਇਸ ਤੋਂ ਪਹਿਲਾਂ ਇਹ ਖਿਤਾਬ ਪੰਥ ਰਤਨ ਮਾਸਟਰ ਤਾਰਾ ਸਿੰਘ ਅਤੇ ਜਥੇਦਾਰ ਸੰਤੋਖ ਸਿੰਘ ਨੂੰ ਦਿੱਤਾ ਗਿਆ ਸੀ ਅਤੇ ਬੀਤੇ ਦਿਨੀ ਤੀਜਾ ਸਨਮਾਨ ਮਨਜੀਤ ਸਿੰਘ ਜੀਕੇ ਨੂੰ ਦਿੱਤਾ ਗਿਆ। ਦਰਅਸਲ ਵੀਰ ਖਾਲਸਾ ਦਲ ਦੀ ਸ਼ੁਰੂਆਤ 60 ਦੇ ਦਹਾਕੇ ਦੇ ਵਿੱਚ ਮਾਸਟਰ ਤਾਰਾ ਸਿੰਘ ਵੱਲੋਂ ਕੀਤੀ ਗਈ ਸੀ ਅਤੇ ਇਸ ਦਾ ਮਕਸਦ ਸੀ ਸਿੱਖ ਪੰਥ ਦੇ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨਾ, ਸਿੱਖ ਨੌਜਵਾਨਾਂ ਨੂੰ ਆਪਣੇ ਗੌਰਵਮਈ ਇਤਿਹਾਸ ਦੀ ਜਾਣਕਾਰੀ ਦੇਣਾ ਅਤੇ ਦੇਸ਼ ਕੌਮ ਦੇ ਲਈ ਕੰਮ ਕਰਨ ਦੇ ਲਈ ਪ੍ਰੇਰਿਤ ਕਰਨਾ। ਮਾਸਟਰ ਜੀ ਦੇ ਬਾਅਦ ਦਲ ਦੀ ਕਮਾਨ ਜਥੇਦਾਰ ਸੰਤੋਖ ਸਿੰਘ ਨੇ ਸੰਭਾਲੀ, ਪਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵੀਰ ਖਾਲਸਾ ਦਲ ਹੌਲੀ-ਹੌਲੀ ਅਲੋਪ ਹੁੰਦਾ ਚਲਾ ਗਿਆ ਅਤੇ ਹੁਣ ਸੁਰਿੰਦਰ ਸਿੰਘ ਬਿੱਲਾ ਅਤੇ ਸਤਬੀਰ ਸਿੰਘ ਗਗਨ ਨੇ ਇਸ ਨੂੰ ਮੁੜ ਤੋਂ ਜੀਵਤ ਕੀਤਾ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਵੀਰ ਖਾਲਸਾ ਦਲ ਦੇ ਨਾਲ ਜੋੜਿਆ। ਗੁਰੂ ਤੇਗ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਹੋਏ ਇਸ ਸਮਾਗਮ ਦੇ ਵਿੱਚ ਮਨਜੀਤ ਸਿੰਘ ਜੀਕੇ ਨੂੰ ਸਰਦਾਰੇ ਆਜ਼ਮ ਦਾ ਖਿਤਾਬ ਦਿੱਤਾ ਗਿਆ। ਇਸ ਮੌਕੇ ਤੇ ਜਥੇਦਾਰ ਅਵਤਾਰ ਸਿੰਘ ਹਿੱਤ, ਗੁਲਮੋਹਨ ਸਿੰਘ, ਅਮਰਜੀਤ ਸਿੰਘ ਪੱਪੂ ਅਤੇ ਬੀਬੀ ਰਣਜੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਮੇਰੇ ਪਿਤਾ ਤੋਂ ਬਾਅਦ ਇਹ ਖਿਤਾਬ ਕੌਮ ਨੇ ਮੈਨੂੰ ਦਿੱਤਾ ਅਤੇ ਮੇਰੀ ਝੋਲੀ ਅੱਜ ਇਸ ਖਿਤਾਬ ਨਾਲ ਭਰ ਦਿੱਤੀ ਹੈ। 1940 ਦੇ ਕਰੀਬ ਵੀਰ ਖਾਲਸਾ ਦਲ ਦੀ ਸ਼ੁਰੂਆਤ ਹੋਈ ਔਰ ਪੰਥ ਰਤਨ ਮਾਸਟਰ ਤਾਰਾ ਸਿੰਘ ਹੋਰਾਂ ਨੇ ਇਹ ਕੀਤੀ ਸੀ ਔਰ ਵੀਰ ਖਾਲਸਾ ਦਲ ਦਾ ਬੜਾ ਅਹਿਮ ਰੋਲ ਰਿਹਾ। ਜਿਵੇਂ ਸਿੱਖ ਸਟੂਡੈਂਟ ਫੈਡਰੇਸ਼ਨ ਰਹੀ ਹੈ, ਜਿਵੇਂ ਸਿੰਘ ਸਭਾ ਲਹਿਰ ਚੱਲੀ ਹੈ, ਵੀਰ ਖਾਲਸਾ ਦਲ ਨੇ ਬਹੁਤ ਅਹਿਮ ਕੰਮ ਕੀਤੇ ਨੇ ਔਰ ਉਸ ਵੇਲੇ ਕੀਤੇ ਨੇ ਜਦੋਂ ਬਹੁਤ ਵੱਡੀ ਪੀੜਾ ਕੌਮ ਤੇ ਸੀਗੀ, ਆਜ਼ਾਦੀ ਦੀ ਲੜਾਈ ਚੱਲਦੀ ਪਈ ਸੀਗੀ। ਔਰ ਉਸ ਤੋਂ ਬਾਅਦ ਮੈਨੂੰ ਯਾਦ ਹੈ 1968 ਚ ਮੈਂ 10 ਸਾਲ ਦਾ ਸੀ, ਮੈਂ ਬੰਗਲਾ ਸਾਹਿਬ ਗੁਰਦੁਆਰੇ ਦੇ ਸਾਹਮਣੇ ਜਿਹੜਾ ਪਾਰਕ ਹੈ ਉੱਥੇ ਕੈਂਪ ਲੱਗਾ ਸੀ, ਮੈਂ ਆਪ ਅਟੈਂਡ ਕੀਤਾ। ਜਥੇਦਾਰ ਜੀ ਬਹੁਤ ਸਪੋਰਟ ਕਰਦੇ ਸੀ ਮੇਰੇ ਪਿਤਾ ਵੀਰ ਖਾਲਸਾ ਦਲ ਨੂੰ। ਅੰਮ੍ਰਿਤ ਸੰਚਾਰ ਦੇ ਕੈਂਪ ਲੱਗਦੇ ਸੀਗੇ, ਗੁਰਮਤਿ ਪ੍ਰਚਾਰ ਦੇ ਕੈਂਪ ਲੱਗਦੇ ਸੀਗੇ ਔਰ ਸਭ ਤੋਂ ਪਹਿਲਾਂ ਸਰਦਾਰੇ ਆਜ਼ਮ ਦਾ ਖਿਤਾਬ ਵੀਰ ਖਾਲਸਾ ਦਲ ਨੇ ਮਾਸਟਰ ਤਾਰਾ ਸਿੰਘ ਜੀ ਨੂੰ ਦਿੱਤਾ ਸੀਗਾ ਔਰ ਉਹਨਾਂ ਤੋਂ ਬਾਅਦ ਇਹ ਖਿਤਾਬ ਜਿਹੜਾ ਸੀ ਇਹ ਮੇਰੇ ਪਿਤਾ ਜਥੇਦਾਰ ਸੰਤੋਖ ਸਿੰਘ ਹੋਰਾਂ ਨੂੰ ਦਿੱਤਾ ਔਰ ਅੱਜ ਵੀਰ ਖਾਲਸਾ ਦਲ ਜਿਹਦੇ ਮੁਖੀ ਸਤਬੀਰ ਸਿੰਘ ਗਗਨ ਨੇ ਔਰ ਸੁਰਿੰਦਰਪਾਲ ਜੀ ਬਿੱਲਾ ਜੀ ਜਿਹਦੇ ਸਰਪ੍ਰਸਤ ਨੇ, ਮੈਂ ਸਮਝਦਾ ਵਾਂ ਕਿ ਇਹਨਾਂ ਨੇ ਮੈਨੂੰ ਇਹ ਬਖਸ਼ਿਸ਼ ਕੀਤੀ ਹੈ। ਮੇਰੇ ਲਈ ਬੜੀ ਮਾਣ ਦੀ ਗੱਲ ਹੈ, ਮੇਰੇ ਪਰਿਵਾਰ ਲਈ ਬੜੀ ਮਾਣ ਦੀ ਗੱਲ ਹੈ ਕਿ ਜੋ ਕੰਮ ਜਥੇਦਾਰ ਜੀ ਕਰ ਗਏ ਨੇ, ਮੈਂ ਸਮਝਦਾ ਵਾਂ ਮਾਸਟਰ ਤਾਰਾ ਸਿੰਘ ਜੀ ਕਰ ਗਏ ਨੇ, ਉਹ ਦੁਨੀਆ ਦੀਆਂ, ਹਿੰਦੁਸਤਾਨ ਦੀਆਂ, ਪੰਜਾਬ ਦੀਆਂ, ਦਿੱਲੀ ਦੀਆਂ ਸੰਗਤਾਂ ਭੁੱਲ ਨਹੀਂ ਸਕਦੀਆਂ। ਗੁਰੂ ਮਹਾਰਾਜ ਮਿਹਰ ਕਰਨ ਕਿ ਉਹੋ ਜੀ ਸੇਵਾਵਾਂ ਉਹ ਸਾਡੇ ਕੋਲੋਂ ਵੀ ਲੈ ਲੈਣ। ਤੁਸੀਂ ਜਥੇਦਾਰ ਸਾਹਿਬ ਦਾ ਟਾਈਮ ਯਾਦ ਕਰ ਲਓ, ਜਦ ਸਿੱਖ ਕਿੰਨੀ ਚੜ੍ਹਦੀ ਕਲਾ 'ਚ ਸੀਗੇ ਔਰ ਅੱਜ ਤੁਸੀਂ ਦੇਖ ਲਓ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕਿੱਦਾਂ ਦੇ ਅੰਦਰ ਜਿਹੜੇ ਸਾਡੇ ਮਨਜੀਤ ਸਿੰਘ ਜੀਕੇ ਸਾਹਿਬ ਨੇ ਕਿੱਦਾਂ ਸੇਵਾ ਨਿਭਾ ਰਹੇ ਨੇ। ਤੁਸੀਂ ਬਿਲਕੁਲ ਉਹਨਾਂ ਦੇ ਜਿਹੜੇ ਅਸੀਂ ਜਥੇਦਾਰ ਸਾਹਿਬ ਦੇ ਫੋਲੋਇੰਗ ਤੇ ਚੱਲ ਰਹੇ ਆ ਸਰਦਾਰ ਮਨਜੀਤ ਸਿੰਘ ਜੀਕੇ ਸਾਹਿਬ, ਉੱਦਾਂ ਹੀ ਅਸੀਂ ਵੀ ਉਹਨਾਂ ਦੇ ਨਾਲ ਮਿਲ ਕੇ ਅੱਜ ਅਸੀਂ ਇਹ ਸੇਵਾ ਜਿਹੜੀ ਵੀਰ ਖਾਲਸਾ ਦਲ ਦੀ ਕਰ ਰਹੇ ਹਾਂ। ਦਿੱਲੀ ਦੇ ਵਿੱਚ ਬਾਲਾ ਸਾਹਿਬ ਹਸਪਤਾਲ ਜੋ ਕਿ ਨਿੱਜੀ ਸੰਚਾਲਕਾਂ ਦੇ ਹੱਥਾਂ ਦੇ ਵਿੱਚ ਸੀ। ਇਸ ਹਸਪਤਾਲ ਦੀ ਇਮਾਰਤ ਖਸਤਾ ਹੋਣ ਦੇ ਬਾਵਜੂਦ ਵੀ ਇਸ ਦੇ ਵਿੱਚ ਹੁਣ ਇੱਕ ਨਵੀਂ ਆਸ ਜਾਗੀ ਹੈ। ਜੀ ਹਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਹਸਪਤਾਲ ਦੀ ਇਮਾਰਤ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਧਰਮ ਪ੍ਰਚਾਰਕ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੋਜੈਕਟ ਚੇਅਰਮੈਨ ਤਨਵੰਤ ਸਿੰਘ ਦੇ ਨਾਲ ਬਾਬਾ ਸੁਰਿੰਦਰ ਸਿੰਘ ਵੀ ਮੌਜੂਦ ਰਹੇ। ਇਸ ਵਫਦ ਨੇ ਖੰਡਰ ਪਈ ਇਮਾਰਤ ਦਾ ਦੌਰਾ ਕੀਤਾ ਅਤੇ ਨਾਲ ਹੀ ਉਹਨਾਂ ਥਾਵਾਂ ਦੀ ਵੀ ਚੋਣ ਕੀਤੀ ਜਿਸ ਤੇ ਪਹਿਲੇ ਫੇਜ਼ ਦੇ ਤਹਿਤ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਬਾਅਦ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਪੂਰੇ ਵਫਦ ਦੇ ਨਾਲ ਇੱਕ ਮੀਟਿੰਗ ਵੀ ਕੀਤੀ। ਉਹਨਾਂ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਲਾ ਸਾਹਿਬ ਹਸਪਤਾਲ ਅਗਲੇ 3 ਤੋਂ 4 ਮਹੀਨਿਆਂ ਤੱਕ ਕੰਮ ਕਰਨ ਲੱਗੇਗਾ
ਅਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋਕਾਂ ਨਾਲ ਆਪਣੇ ਵਾਅਦੇ ਜੋ ਕੀਤੇ ਸੀ ਉਹ ਪੂਰੇ ਕੀਤੇ ਨੇ। ਕਈ ਪੇਚੀਦਗੀਆਂ ਕਰਕੇ ਬੰਦ ਪਿਆ ਸੀਗਾ ਔਰ ਪੁਰਾਣੀ ਕਮੇਟੀ ਸਮੇਂ ਜਿਸ ਤਰੀਕੇ ਨਾਲ ਇੱਥੇ ਜੋ ਕੁਝ ਹੁੰਦਾ ਰਿਹਾ, ਬਹੁਤ ਮੁਸ਼ਕਿਲ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਅਸੀਂ ਵਾਅਦਾ ਕੀਤਾ ਸੀ ਸੰਗਤਾਂ ਨਾਲ ਕਿ ਇਸ ਨੂੰ ਅਸੀਂ ਉਹ ਸਾਰੇ ਕਾਨੂੰਨੀ ਝਮੇਲਿਆਂ ਚੋਂ ਬਾਹਰ ਕੱਢਾਂਗੇ। ਜਿਹੜੀ ਕੰਪਨੀ ਕੋਲੇ ਹਸਪਤਾਲ ਗਿਆ ਸੀ ਉਹ ਤੋਂ ਵਾਪਸ ਲੈ ਕੇ ਆਵਾਂਗੇ, ਉਹ ਤੁਹਾਡੇ ਸਾਹਮਣੇ ਇੱਕ ਵਾਪਸ ਆ ਗਿਆ। ਇਸ ਦੀ ਸੇਵਾ ਬਾਬਾ ਹਰਬੰਸ ਸਿੰਘ ਜੀ ਨੇ ਸਵਰਗਾਂ 'ਚ ਵਾਸਾ ਹੋਵੇ ਸੰਗਤ ਦੇ ਦਸਵੰਧ ਨਾਲ ਕੀਤੀ ਸੀਗੀ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਅਸੀਂ ਇਹ ਹਸਪੀਟਲ ਖੁਦ ਚਲਾਵਾਂਗੇ ਔਰ ਪਹਿਲਾ ਫੇਸ ਅਸੀਂ ਇਹਦੀ ਕੰਸਟਰਕਸ਼ਨ ਸ਼ੁਰੂ ਕਰਨ ਲੱਗ ਰਹੇ ਹਾਂ। ਔਰ ਬਾਬਾ ਬਚਨ ਸਿੰਘ ਜੀ, ਬਾਬਾ ਸੁਰਿੰਦਰ ਜੀ ਜਿਹੜੇ ਬਾਬਾ ਹਰਬੰਸ ਸਿੰਘ ਜੀ ਦੇ ਵਰਸਾਏ ਹੋਏ ਨੇ, ਉਹਨਾਂ ਦੇ ਜੁੰਮੇ ਸੇਵਾ ਲਾਈ ਗਈ ਹੈ। ਕੋਠਾਰੀ ਐਂਡ ਐਸੋਸੀਏਟਸ ਜਿਹੜੇ ਸਾਡੇ ਪੁਰਾਣੇ ਆਰਕੀਟੈਕਟ ਸੀਗੇ ਉਹਨਾਂ ਦੀ ਸੇਵਾਵਾਂ ਲਈਆਂ ਜਾ ਰਹੀਆਂ ਨੇ ਔਰ ਇਸ ਤੋਂ ਇਲਾਵਾ ਜਿਹੜੇ ਹੋਰ ਐਕਸਪਰਟਸ ਨੇ ਹਸਪੀਟਲਸ ਦੇ, ਕਿਉਂਕਿ ਹੁਣ ਬੜਾ ਚੇਂਜਸ ਆ ਗਏ ਨੇ ਹਸਪੀਟਲ ਦੇ ਵਿੱਚ। ਅੱਗੇ FAR ਕੁਝ ਸੀਗਾ, ਹੁਣ FAR ਵੱਧ ਗਿਆ। ਹੁਣ ਮੈਡੀਕੇਸ਼ਨ ਦੇ ਵਿੱਚ ਜਾਂ ਜਿਹੜੇ ਇਕਵਿਪਮੈਂਟਸ ਨੇ ਉਹਨਾਂ 'ਚ ਬੜੇ ਨਵੀਂ ਟੈਕਨੋਲੋਜੀ ਆ ਚੁੱਕੀ, ਹੁਣ ਉਹਨਾਂ ਦੇ ਹਿਸਾਬ ਨਾਲ ਇਹ ਸਾਰੀ ਚੀਜ਼ ਕੀਤੀ ਜਾ ਰਹੀ ਹੈ। ਸੋ ਮੈਂ ਸਤਿਗੁਰਾਂ ਅੱਗੇ ਅਰਦਾਸ ਕਰਾਂਗਾ ਕਿ ਸੰਗਤਾਂ ਦੇ ਸਹਿਯੋਗ ਨਾਲ ਇਹ ਹਸਪੀਟਲ ਜਿਹੜਾ ਕਈ ਵਰ੍ਹਿਆਂ ਤੋਂ ਜਿਹੜਾ ਫਸਿਆ ਹੋਇਆ ਸੀਗਾ ਉਸ ਦੀ ਸ਼ੁਰੂਆਤ ਹੋ ਰਹੀ ਹੈ। ਬਹੁਤ ਬਹੁਤ ਵਧਾਈ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਬਾਬਾ ਬਚਨ ਸਿੰਘ ਜੀ ਵੱਲੋਂ ਬਾਬਾ ਸੁਰਿੰਦਰ ਸਿੰਘ ਜੀ ਨੂੰ ਸੇਵਾ ਦਿੱਤੀ ਗਈ ਹੈ ਔਰ ਬਹੁਤ ਜਲਦੀ ਇੱਕ ਹਫ਼ਤੇ ਦੇ ਅੰਦਰ ਅੰਦਰ ਇੱਥੇ ਕਾਰ ਸੇਵਾ ਸ਼ੁਰੂ ਹੋ ਜਾਏਗੀ। ਔਰ ਜਿੰਨਾ ਤੁਸੀਂ ਬਾਹਰ ਦੇਖਦੇ ਹੋ ਕਿ ਝਾੜੀਆਂ ਜੰਗਲ ਬਣ ਗਿਆ, ਅੰਦਰ ਜੋ ਬੁਰਾ ਹਾਲ ਹੈ, ਇਹ ਸਾਰਾ ਕੁਝ ਬਾਬਾ ਜੀ ਆਪ ਆਪਣੀ ਦੇਖ ਰੇਖ ਦੇ ਵਿੱਚ ਸਿੱਧਾ ਕਰਾਉਣਗੇ। ਔਰ ਇੱਥੇ ਜਿੰਨਾ ਕਬਾੜ ਹੈ, ਸਭ ਕੁਝ ਹੈ, ਇੰਨਾ ਬੁਰਾ ਹਾਲ ਦੇਖ ਕੇ ਰੋਣਾ ਆਉਂਦਾ। ਪਰ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਬਚਨ ਜੀ ਦਾ, ਬਾਬਾ ਸ਼ਿੰਦਾ ਜੀ ਦਾ, ਜਿਨ੍ਹਾਂ ਨੇ ਹਮੇਸ਼ਾ ਹੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਹੁਣ ਇਸ ਹਸਪੀਟਲ ਜਿੱਥੇ ਕਿ ਬਾਬਾ ਹਰਬੰਸ ਸਿੰਘ ਜੀ ਦਾ ਸੁਪਨਾ ਸੀ ਉਹ ਅੱਜ ਪੂਰਾ ਹੋਣ ਜਾ ਰਿਹਾ। ਮੈਂ ਸਭ ਨੂੰ ਵਧਾਈ ਦਿੰਦਾ ਔਰ ਆਸ ਕਰਦਾ ਕਿ ਤੁਸੀਂ ਜਿਵੇਂ ਪਹਿਲੇ ਸਹਿਯੋਗ ਦਿੱਤਾ ਸੀ ਹੁਣ ਵੀ ਆਪਣਾ ਸਹਿਯੋਗ ਦਿਓਗੇ। ਔਰ ਇਸ ਮੀਟਿੰਗ 'ਚ ਇਹ ਡਿਸਾਈਡ ਹੋ ਗਿਆ ਬਾਬਾ ਜੀ ਦੇ ਨਾਲ ਔਰ ਆਰਕੀਟੈਕਟ ਔਰ ਐਕਸਪਰਟਿਜ਼ ਨਾਲ ਇਹ ਸੋਮਵਾਰ ਤੋਂ ਕੰਮ ਜਿਹੜਾ ਹੈ ਉਹ ਚਾਲੂ ਹੋਣ ਜਾ ਰਿਹਾ ਹੈਗਾ। ਔਰ ਸਾਧ ਸੰਗਤ ਅੱਗੇ ਅਰਦਾਸ ਹੈ, ਬੇਨਤੀ ਹੈ ਹੱਥ ਜੋੜ ਕੇ ਕਿ ਆਓ ਸਾਰੇ ਰਲ ਕੇ ਇਸ ਹਸਪਤਾਲ ਨੂੰ ਜਿਹੜਾ ਕਾਫੀ ਸਮੇਂ ਤੋਂ ਇਸ ਤਰ੍ਹਾਂ ਅਬੰਡਡ ਪਿਆ ਹੋਇਆ ਸੀ ਉਹਨੂੰ ਅਸੀਂ ਸਾਰੇ ਰਲ ਕੇ ਇਹਨੂੰ ਚਾਲੂ ਕਰੀਏ ਔਰ ਦੀਨ ਦੁਖੀ ਦੀ ਸੇਵਾ ਜਿਹੜੀ ਹੈ ਉਹ ਇਹ ਹਸਪਤਾਲ ਦੇ ਥਰੂ ਹੋਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੇਠਾਂ ਚੱਲ ਰਹੇ ਮਾਤਾ ਸੁੰਦਰੀ ਕਾਲਜ ਫਾਰ ਵੂਮਨ ਦਾ 50ਵਾਂ ਸਟੂਡੈਂਟਸ ਕਾਉਂਸਲ ਡੇ ਤੇ ਫਰੈਸ਼ਰ ਡੇ ਮਨਾਇਆ ਗਿਆ। ਜਿਸ ਦੇ ਵਿੱਚ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਧਰਮਪਤਨੀ ਰਵੀਨ ਕੌਰ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਦੇ ਨਾਲ ਹੋਈ। ਇਸ ਤੋਂ ਬਾਅਦ ਕਾਲਜ ਦੀ ਪ੍ਰਿੰਸੀਪਲ ਨੇ ਰਵੀਨ ਕੌਰ, ਤਜਿੰਦਰ ਸਿੰਘ, ਹਰਿੰਦਰਪਾਲ ਸਿੰਘ, ਚੇਅਰਮੈਨ ਗੁਰਮਤ ਕਾਲਜ ਸਮੇਤ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਰਵਿੰਦਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਅੱਜ ਉਹਨਾਂ ਨੂੰ ਇੱਥੇ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਤੇ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਸਸੁਰ ਜਥੇਦਾਰ ਸੰਤੋਖ ਸਿੰਘ ਨੇ ਇਸ ਕਾਲਜ ਦੀ ਸਥਾਪਨਾ ਕਰਾਈ ਸੀ ਤੇ ਉਹਨਾਂ ਦੇ ਪਤੀ ਮਨਜੀਤ ਸਿੰਘ ਜੀ ਕੇ ਐਸੀ ਸੇਵਾ ਸੰਭਾਲ ਰਹੇ ਨੇ। ਇਸ ਦੌਰਾਨ ਸਟੂਡੈਂਟਸ ਕਾਉਂਸਲ ਦੀ ਨਵੀਂ ਟੀਮ ਨੂੰ ਸਹੁੰ ਵੀ ਦਿਲਵਾਈ ਗਈ। Feeling very proud and it is a historical place ਜਦ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਸਾਹਿਬ ਗਏ ਸੀ ਮਾਤਾ ਸੁੰਦਰੀ ਜੀ ਨੂੰ ਇਹ ਜਗ੍ਹਾ ਖਰੀਦ ਕੇ ਦੇ ਕੇ ਗਏ ਸੀ। In 1976 it was started by ਜਥੇਦਾਰ ਸੰਤੋਖ ਸਿੰਘ ਜੀ and it's a very precious moment for me to be here and I'm feeling very proud of myself and God bless all the children। ਸੋ ਇੱਥੇ ਸਮਾਂ ਹੋ ਚੱਲਿਆ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੁੰਨੇ ਹਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਬੀਤੇ ਦਿਨੀ ਰੇਲ ਮੰਤਰੀ ਸੁਰੇਸ਼ ਪ੍ਰਭੂ ਦੇ ਨਾਲ ਮੁਲਾਕਾਤ ਕੀਤੀ।
ਇਸ ਵਫਦ ਦੇ ਵਿੱਚ ਕਮੇਟੀ ਦੇ ਸਲਾਹਕਾਰ ਕੁਲਮੋਹਨ ਸਿੰਘ ਅਤੇ ਮੈਂਬਰ ਪਰਮਜੀਤ ਸਿੰਘ ਚੰਡੋਕ ਸ਼ਾਮਲ ਸਨ। ਵਫਦ ਨੇ ਰੇਲ ਮੰਤਰੀ ਦੇ ਕੋਲ ਆਪਣੀਆਂ ਮੁੱਖ ਮੰਗਾਂ ਨੂੰ ਰੱਖਿਆ, ਜਿਸ ਦੇ ਵਿੱਚ ਖਾਸ ਰੇਲ ਗੱਡੀਆਂ ਦਿੱਲੀ ਤੋਂ ਪਟਨਾ ਸਾਹਿਬ ਵਾਸਤੇ ਚਲਾਉਣ ਦੀ ਮੰਗ ਕੀਤੀ ਗਈ ਹੈ। ਦੱਸ ਦੇਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਕਈ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਅਤੇ ਨਵੇਂ ਸਾਲ ਦੇ ਚੜ੍ਹਦਿਆਂ ਹੀ ਵੱਡੀ ਗਿਣਤੀ ਦੇ ਵਿੱਚ ਸਿੱਖ ਸ਼ਰਧਾਲੂ ਪਟਨਾ ਸਾਹਿਬ ਨਤਮਸਤਕ ਹੋਣ ਲਈ ਪਹੁੰਚਣਗੇ, ਜਿਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਇੱਛਾ ਹੈ ਕਿ ਦਿੱਲੀ ਤੋਂ ਇੱਕ ਵਿਸ਼ੇਸ਼ ਰੇਲ ਗੱਡੀ ਪਟਨਾ ਸਾਹਿਬ ਲਈ ਚਲਾਈ ਜਾਵੇ ਅਤੇ ਨਾਲ ਹੀ ਸ਼ਰਧਾਲੂਆਂ ਦੀ ਟਿਕਟ ਦੇ ਵਿੱਚ ਵੀ ਰੇਲ ਮੰਤਰਾਲੇ ਦੇ ਵੱਲੋਂ ਕੁਝ ਰਿਆਇਤ ਦਿੱਤੀ ਜਾਵੇ। ਇਸ ਤੋਂ ਇਲਾਵਾ ਸ਼੍ਰੀ ਹਜੂਰ ਸਾਹਿਬ ਤੋਂ ਪਟਨਾ ਸਾਹਿਬ ਨੂੰ ਹਫ਼ਤੇ ਦੇ ਵਿੱਚ ਇੱਕ ਦਿਨ ਚੱਲਣ ਵਾਲੀ ਰੇਲ ਗੱਡੀ ਨੂੰ 3 ਦਿਨ ਚਲਾਉਣ ਦੀ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਗ ਕੀਤੀ ਗਈ ਹੈ। इस साल गुरु गोविंद सिंह जी का 350वां जो है प्रकाश दिवस को समर्पित होकर पूरा साल है और इसके जो समागम हैं वो पटना की पवित्र धरती, पटना साहिब की पवित्र धरती जहाँ गुरु गोविंद सिंह जी ने प्रकाश लिया था, उस स्थान पर जो है 1 जनवरी से लेकर 5 जनवरी के बीच में समागम होने हैं। इसी संदर्भ में हम जो हैं रेल मंत्री जी से मिले थे, श्री सुरेश प्रभु जी से मिले थे और उनसे मिलके हमने मांग करी है कि दिल्ली की बहुत संगत उन दिनों में पटना साहब जाना चाहती है और क्योंकि उसके लिए 3 स्पेशल ट्रेन जो हैं वो दिल्ली से रियायती दरों पर चलाई जाएं ताकि गुरु गोविंद सिंह जी के उस प्रकाश स्थान पर जहां पर नतमस्तक हो सके संगत जाके और समागम में हिस्सा ले सके। उन्होंने पूरा आश्वासन दिया है कि भारत सरकार इस पर्व को जोर शोर से मना रही है और रेल मंत्रालय भी इसमें अपना पूरा हिस्सा डालेगी और रेल मंत्री जी ने अपने डिपार्टमेंट को बोल दिया है कि ज़्यादा से ज़्यादा सहूलत यात्रियों को दी जाए इस अवसर के लिए। ਨੌਜਵਾਨ ਪੀੜ੍ਹੀ ਨੂੰ ਇਤਿਹਾਸ ਦੇ ਨਾਲ ਜੋੜਨ ਦੇ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਮਾਤਾ ਸੁੰਦਰੀ ਕਾਲਜ ਫਾਰ ਵੂਮਨਸ ਦੇ ਵਿੱਚ ਕਾਲਜ ਦੇ ਇਤਿਹਾਸ ਵਿਭਾਗ ਦੇ ਵੱਲੋਂ 18th ਸੈਂਚੁਰੀ ਪੰਜਾਬ ਵਿਸ਼ੇ ਦੇ ਅਧੀਨ ਇੱਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। I will begin with political change, which had a bearing on other developments as well. As we all know, it was a period of the decline of the Mughal Empire. But did we know that the Mughal Punjab had 3 most powerful governors in its entire history? Abdul Samad Khan, the vanquisher of Bandar, Zakaria Khan, and then Moinul Mulk or Mir Mannu. The 3 of them were considered the most powerful governors the Punjab had ever had. And how is it? How do we account for the failure of these 3 powerful governors? The central power was weak, but the governors were not weak. एक इनकलाब जिसने पंजाब की राजनीति को पूरी तरह अपने द्वारे केंद्रित कर दिया। खालसा भावें थोड़ी गिनती विच सी, पर क्योंकि ये समुचे हिंदुस्तानी लोगों की जान माल की राखी करने का झंडा बरदार बनया होया सी, इसलिए समुचे हिंदुस्तानी अवाम की खालसे को हमायत प्राप्त सी। खालसे की साजना एक किस्म का मनुखी अधिकारां की राखी करने का खुला ऐलाननामा सी। खालसा हिंदुस्तानी लोगों की हथियारबंद फौज सी जिसने समाजिक बराबरी ਅਤੇ ਰਾਜਨੀਤਿਕ ਸੁਤੰਤਰਤਾ ਦੀ ਜੰਗ ਲੜੀ। ਕਾਲਜ ਦੇ ਡਿਪਾਰਟਮੈਂਟ ਆਫ ਹਿਸਟਰੀ ਤੋਂ ਇਸ ਸੈਮੀਨਾਰ ਦੀ ਕਨਵੀਨਰ ਡਾਕਟਰ ਦਿਲਜੀਤ ਕੌਰ ਨੇ ਵਿਦਿਆਰਥੀਆਂ ਦੇ ਲਈ ਇਸ ਸੈਮੀਨਾਰ ਨੂੰ ਸਮੇਂ ਦੀ ਲੋੜ ਦੱਸਿਆ। ਇਸ ਦਾ ਪਹਿਲਾ ਮਕਸਦ ਹੈ ਕਿ ਸਾਡੇ ਬੱਚਿਆਂ ਨੂੰ ਪੰਜਾਬ ਦੇ ਬਾਰੇ, ਰੀਜਨਲ ਸਟੱਡੀਜ਼ ਦੇ ਬਾਰੇ ਕੁਝ ਅਸੀਂ ਨੌਲੇਜ ਜ਼ਿਆਦਾ ਦੇ ਸਕੀਏ। ਇਹ ਸਾਡੇ ਸੈਮੀਨਾਰ ਦੀ ਜਿਹੜੀ ਥੀਮ ਸੀ ਉਹ 18th ਸੈਂਚੁਰੀ ਪੰਜਾਬ ਹੈ। ਇਸ ਪਿੱਛੇ ਅਸੀਂ ਥੀਮ ਦੇ ਵਿੱਚ ਵੀ रिलीजन, फिलॉसफी, स्टेट, पोलिटिकल, इकनॉमिक, सोशल, कल्चरल वैसे एक साड़ी अटैम्प्ट सी कि असी बहुत जिन्ने भी एरियाज ने कवर कर सकीए सो दैट साढ़े दिल्ली दे स्टूडेंट्स नूं असी उन्हां नूं पंजाब दे बारे असी होर दस सकीए। इस सैमीनार दे विच देश भर तो प्रसिद्ध इतिहासकारां ने हिस्सा लिया।
ਤੇ ਵਿਦਿਆਰਥੀਆਂ ਨੂੰ 18ਵੀਂ ਸਦੀ ਦੇ ਵਿੱਚ ਸਿੱਖਾਂ ਦੇ ਕੀਤੇ ਸੰਘਰਸ਼ ਬਾਰੇ ਜਾਣੂ ਕਰਵਾਇਆ ਤੇ ਕਈ ਇਤਿਹਾਸਕਾਰਾਂ ਨੇ ਸਿੱਖਾਂ ਦੇ ਉਸ ਸਮੇਂ ਤੇ ਵੀ ਚਾਨਣਾ ਪਾਇਆ ਜਦ ਭਾਰਤ ਤੇ ਸਿੱਖਾਂ ਦਾ ਰਾਜ ਹਾਸਲ ਹੋਇਆ ਸੀ। मैं 18वीं सदी के पंजाब के इतिहास के बारे में बात कर रही थी और उसकी जो विशेषताएं हैं और सबसे ज़्यादा महत्वपूर्ण चेंज जो उस पीरियड में आता है वो सिखों का राज हासिल करना है। तो मैं उसके कारणों को एक्सप्लेन करने की चेष्टा कर रही थी जिसमें उनकी आइडियोलॉजी का बहुत महत्वपूर्ण योगदान रहा है। ਸੈਮੀਨਾਰ ਦੇ ਦੂਜੇ ਦਿਨ ਵੱਖ-ਵੱਖ ਇਤਿਹਾਸਕਾਰਾਂ ਨੇ ਸਿੱਖਾਂ ਦੇ ਮਹਾਨ ਇਤਿਹਾਸ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਤੇ ਮਾਤਾ ਸੁੰਦਰੀ ਕਾਲਜ ਨੂੰ ਇਹ ਸੈਮੀਨਾਰ ਕਰਵਾਉਣ ਤੇ ਵਧਾਈ ਵੀ ਦਿੱਤੀ। ਇਹ ਜੋ 2 ਰੋਜ਼ਾ ਸੈਮੀਨਾਰ 18th ਸੈਂਚੁਰੀ ਪੰਜਾਬ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਟਾਈਮ, ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਟਾਈਮ, ਫਿਰ ਮਿਸਲਾਂ ਦਾ ਟਾਈਮ ਔਰ ਇਹ ਪੂਰਾ ਜੋ 1 ਸੈਂਚੁਰੀ ਦਾ ਸਿੱਖਾਂ ਦਾ ਮੈਂ ਜੋ ਪੂਰਾ ਇਤਿਹਾਸ ਔਰ ਸਪਿਰਚੁਅਲਿਟੀ ਕਿ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਆਦਰਸ਼ਾਂ ਤੇ ਚੱਲਦੇ ਹੋਏ ਸਿੱਖਾਂ ਨੇ ਇਸ ਦੇਸ਼ ਦੇ ਲਈ, ਇਸ ਕੌਮ ਲਈ, ਇਸ ਕਲਚਰ ਲਈ ਜੋ ਹੈ ਆਪਣੀਆਂ ਕੁਰਬਾਨੀਆਂ ਦਿੱਤੀਆਂ। ਆਦਰਸ਼ ਇਤਿਹਾਸ ਬਣਾਉਂਦੇ ਨੇ, ਇਤਿਹਾਸ ਆਦਰਸ਼ ਨਹੀਂ ਬਣਾਉਂਦਾ। ਤਾਂ ਉਸ ਕੰਟੈਸਟ ਵਿੱਚ ਮੈਂ ਹਿਸਟਰੀ ਡਿਪਾਰਟਮੈਂਟ ਨੂੰ ਜਿੱਥੇ ਵਧਾਈ ਦੇਣਾ, ਉੱਥੇ ਮਾਤਾ ਸੁੰਦਰੀ ਕਾਲਜ ਦੀ ਪੂਰੀ ਮੈਨੇਜਮੈਂਟ ਨੂੰ ਔਰ ਅਕੈਡਮਿਕ ਜਿਤਨੇ ਵੀ ਟੀਚਰ ਸਾਹਿਬਾਨ, ਪ੍ਰਿੰਸੀਪਲ ਸਾਹਿਬਾਨ, ਉਹਨਾਂ ਨੂੰ ਮੈਂ ਇਸ ਗੱਲ ਦੀ ਵਧਾਈ ਦੇਣਾ ਕਿ ਉਹਨਾਂ ਨੇ 18th ਸੈਂਚੁਰੀ ਪੰਜਾਬ 'ਤੇ ਸੈਮੀਨਾਰ ਕਰਵਾ ਕੇ ਬੱਚਿਆਂ ਦੇ ਵਿੱਚ ਨੂੰ ਇੱਕ ਰੋਸ਼ਨੀ ਕਹਿ ਲਵਾਂ ਜਾਂ ਇੱਕ ਨਵਾਂ ਰਸਤਾ ਦਿਖਾਉਣ ਦਾ ਇੱਕ ਕੋਸ਼ਿਸ਼ ਕੀਤੀ ਹੈ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਜਾਬੀ ਬਾਗ ਦੇ ਵਿੱਚ ਬੀਤੇ ਦਿਨੀ ਗ੍ਰੈਂਡ ਪੇਰੈਂਟਸ ਡੇ ਮਨਾਇਆ ਗਿਆ, ਜਿਸ ਦੇ ਵਿੱਚ ਸਕੂਲ ਦੇ ਬੱਚਿਆਂ ਨੂੰ ਆਪਣੇ ਦਾਦਾ ਦਾਦੀ ਜਾਂ ਫਿਰ ਨਾਨਾ ਨਾਨੀ ਦੇ ਨਾਲ ਆਉਣ ਵਾਸਤੇ ਕਿਹਾ ਗਿਆ ਸੀ ਤਾਂ ਜੋ ਬੱਚਿਆਂ ਦੇ ਅੰਦਰ ਆਪਣੇ ਬਜ਼ੁਰਗਾਂ ਪ੍ਰਤੀ ਮਾਣ, ਸਤਿਕਾਰ ਤੇ ਆਦਰ ਵੱਧ ਸਕੇ। Great day that we celebrated the Grandparents' Day in Guru Harshan Public School, Punjabi Bagh. Grandparents, they are valuable for the students, and the purpose of celebrating this program to bring awareness among the students that what grandparents means to them. Grandparents, they are the roots, and they are the ones who inculcate moral values in their grandchild and in upbringing them to be a good citizen. ਇਸ ਸਮਾਗਮ ਮੌਕੇ ਸਕੂਲ ਦੇ ਨਰਸਰੀ ਵਿੰਗ ਦੇ ਬੱਚਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅਤੇ ਨਾਲ ਹੀ ਬੱਚਿਆਂ ਦੇ ਗ੍ਰੈਂਡ ਪੇਰੈਂਟਸ ਵੀ ਬੱਚਿਆਂ ਦੇ ਨਾਲ ਹੱਸਦੇ ਖੇਡਦੇ ਵਿਖਾਈ ਦਿੱਤੇ ਅਤੇ ਕਈ ਬਜ਼ੁਰਗਾਂ ਦੀਆਂ ਤਾਂ ਅੱਖਾਂ ਨਮ ਹੋ ਗਈਆਂ। ਸਕੂਲ ਦੇ ਪ੍ਰਿੰਸੀਪਲ ਤੇਜਿੰਦਰ ਕੌਰ ਗੁਜਰਾਲ ਨੇ ਕਿਹਾ ਕਿ ਉਹਨਾਂ ਨੂੰ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ ਅਜਿਹੇ ਪ੍ਰੋਗਰਾਮ ਉਲੀਕਣ ਦੇ ਲਈ ਪੂਰਾ ਸਹਿਯੋਗ ਮਿਲਦਾ ਹੈ ਤਾਂ ਜੋ ਬੱਚਿਆਂ ਨੂੰ ਵਿੱਦਿਆ ਦੇ ਨਾਲ-ਨਾਲ ਸਮਾਜਿਕ ਸਿੱਖਿਆ ਵੀ ਮਿਲ ਸਕੇ। ਸੋ ਇਹ ਸੀ ਸਾਡੀ ਖਾਸ ਪੇਸ਼ਕਸ਼ ਗੂੰਜਾਂ ਸਿੱਖ ਵਿਰਸੇ ਦੀਆਂ। ਜੇਕਰ ਤੁਸੀਂ ਕੋਈ ਆਪਣੀ ਰਾਏ ਸਾਡੇ ਇਸ ਪ੍ਰੋਗਰਾਮ ਬਾਰੇ ਜਾਂ ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.tv। ਸਾਨੂੰ ਤੁਹਾਡੇ ਰਾਏ ਤੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ। ਅਗਲੇ ਹਫਤੇ ਮੁੜ ਤੋਂ ਹੋਵਾਂਗੇ ਹਾਜ਼ਰ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।